ਕਮੀਜ਼ ਦਾ ਪੱਲਾ ਪਿੱਛੋਂ ਚੁੱਕ ਕੇ ਗਲੀ 'ਚ ਸਫਾਈ ਕਰਦੀ ਸੀ। ਜ਼ਾਹਿਰੀ ਗੱਲ ਆ ਕਿਸੇ ਨੂੰ ਦੱਸਣ ਵਾਸਤੇ ਹੀ ਕਰਦੀ। ਹਾਵਨ ਤੇ ਬਾਹਰ ਦੇ ਮੁਲਕ ਹੁੰਦਾ ਕਲਮ ਕਲੀ ਸੀ, ਨਾ ਕੋਈ ਉਹਦਾ ਬੱਚਾ ਸੀ। ਇੰਜ ਕਰਦੀ ਸੀ ਮਿਊਜ਼ਿਕ ਉੱਚੀ ਆਵਾਜ਼ 'ਚ ਲਾ ਕੇ ਤੇ ਪਾਣੀ ਦੀ ਬਾਲਟੀ ਭਰ ਕੇ ਗਲੀ 'ਚ ਆ ਜਾਂਦੀ ਸੀ, ਆ ਕੇ ਸਫਾਈ ਕਰਨਾ ਸ਼ੁਰੂ ਕਰ ਦਿੰਦੀ ਸੀ। ਉਹਨੂੰ ਪਤਾ ਸੀ ਕਿ ਕੋਈ ਨਾ ਕੋਈ ਮੈਨੂੰ ਤੱਕਣ ਲੱਗਿਆ। ਇੱਕ ਗੁਆਂਢ ਨੌਜਵਾਨ ਹੈ, ਉਹ ਬੈਠਕ 'ਚ ਬਹਿ ਕੇ ਜਿਸ ਵੇਲੇ ਉਹ ਸਫਾਈ ਕਰਦੀ ਸੀ ਉਹ ਬਹਿ ਕੇ ਇਹਨੂੰ ਹੀ ਤਾੜਦਾ ਰਹਿੰਦਾ ਸੀ। ਜ਼ਾਹਿਰੀ ਗੱਲ ਉਹ ਕਮੀਜ਼ ਦਾ ਪੱਲਾ ਚੁੱਕ ਕੇ ਤੇ ਲੱਗੀ ਰਹਿੰਦੀ ਸੀ ਨਾਲੀਆਂ ਸਾਫ਼ ਕਰਨ ਤੇ ਆਪਣੇ ਬੂਹੇ ਅੱਗੇ ਘੰਟਾ ਡੇਢ ਉਹ ਲਾਉਂਦੀ ਸੀ। ਗਲਮਾ ਬੜਾ ਖੁੱਲਾ ਉਹਨੇ ਪਾਏ ਹੁੰਦਾ ਸੀ। ਨੌਜਵਾਨ ਉਹਨੂੰ ਤੱਕਦਾ ਰਹਿੰਦਾ ਸੀ। ਉਹਨੂੰ ਇਹ ਨਹੀਂ ਸੀ ਪਤਾ ਕਿ ਉਹਨੂੰ ਪਤਾ ਹੈ ਕਿ ਮੈਂ ਉਹਨੂੰ ਤੱਕਣ ਲੱਗੀ ਹਾਂ, ਲੇਕਿਨ ਇੰਜ ਕਰਦੀ ਸੀ ਜਿਸ ਵੇਲੇ ਸਫਾਈ ਸ਼ਾਈ ਸਾਰੀ ਕਰਕੇ ਤੇ ਬਾਅਦ ਬੜਾ ਘੂਰ ਕੇ ਉਹਦੇ ਵੱਲੋਂ ਬਾਰੀ 'ਚੋਂ ਤੱਕਦੀ ਸੀ। ਐਂ ਲੱਗਦਾ ਸੀ ਕਿ ਬਿਲਕੁਲ ਅੱਖਾਂ 'ਚ ਅੱਖਾਂ ਉਹ ਮਿਲਾ ਰਹੀ ਹੈ, ਲੇਕਿਨ ਉਹ ਕਹਿੰਦਾ ਸੀ ਮੈਂ ਬਾਹਰ ਆ ਕੇ ਦੇਖਿਆ ਵੀ ਹੈ ਕਈ ਵਾਰੀ ਕਿ ਉਹਨੂੰ ਅੰਦਰੋਂ ਨਜ਼ਰ ਆਉਂਦਾ ਕਿ ਨਹੀਂ ਆਉਂਦਾ, ਲੇਕਿਨ ਨਜ਼ਰ ਨਹੀਂ ਆਉਂਦਾ। ਲੇਕਿਨ ਪਤਾ ਨਹੀਂ ਉਹਨੂੰ ਕਿੰਜ ਪਤਾ ਲੱਗ ਗਿਆ ਸੀ ਕਿ ਮੈਂ ਅੰਦਰੋਂ ਉਹਨੂੰ ਤੱਕਣਾ ਪਿਆ। ਨੌਜਵਾਨ ਕਹਿੰਦਾ ਹੋਇਆ ਇੰਜ ਕਿ ਮੈਂ ਕੋਠੇ ਤੇ ਚੜਿਆ ਸਾਂ, ਮੈਨੂੰ ਉਹਨੇ ਆਵਾਜ਼ ਮਾਰੀ ਕਿ ਇੰਜ ਕਰ ਸਾਡੇ ਕਾਰ ਆ, ਸਾਡੀ ਮੋਟਰ ਨਹੀਂ ਚੱਲਦੀ ਪਈ। ਕਹਿੰਦਾ ਮੈਂ ਦੌੜਦਾ ਉਹਦੇ ਘਰ ਗਿਆ। ਜ਼ਾਹਿਰੀ ਗੱਲ ਹੈ ਮੈਂ ਅੱਗੇ ਵੀ ਮੌਕਾ ਤਲਾਸ਼ ਕਰਦਾ ਸਾਂ ਕਿ ਕਿਸੇ ਤਰੀਕੇ ਨਾਲ ਮੇਰੀ ਉਹਦੇ ਨਾਲ ਗੱਲ ਹੋਵੇ। ਕਹਿੰਦਾ ਮੈਂ ਜਿਸ ਵੇਲੇ ਉਹਦੇ ਘਰ ਗਿਆ ਜਾ ਕੇ ਬਟਨ ਚੈੱਕ ਕੀਤਾ ਤੇ ਮੋਟਰ ਬੜੀ ਆਰਾਮ ਸਕੂਨ ਨਾਲ ਚੱਲ ਗਈ। ਮੈਂ ਕਿਹਾ ਚੱਲਣ ਲੱਗ ਪਈ ਆ ਮੋਟਰ ਨੂੰ ਕੋਈ ਮਸਲਾ ਨਹੀਂ। ਕਹਿੰਦਾ ਨਾਲ ਹੀ ਮੈਨੂੰ ਕਹਿੰਦੀ ਹੈ ਕਿ ਮੈਨੂੰ ਪਤਾ ਕਿ ਤੂੰ ਆਪਣੀ ਬਾਰੀ 'ਚ ਬੈਠਕ 'ਚ ਮੈਨੂੰ ਤੱਕਦਾ ਰਹਿਣਾ, ਮੈਂ ਸਾਰੀਆਂ ਗੱਲਾਂ ਜਾਣਨੀ ਆ। ਕਹਿੰਦਾ ਮੈਂ ਬੜਾ ਪਰੇਸ਼ਾਨ ਹੋ ਗਿਆ। ਮੈਂ ਕਿਹਾ ਤੁਹਾਨੂੰ ਕਿੰਜ ਪਤਾ ਲੱਗਿਆ? ਉਹਨੇ ਕਿਹਾ ਮੈਨੂੰ ਸਾਰੀ ਗੱਲ ਦਾ ਪਤਾ ਹੈ, ਮੈਂ ਤੇਰੇ ਵਾਸਤੇ ਉੱਚੀ ਆਵਾਜ਼ 'ਚ ਮਿਊਜ਼ਿਕ ਲਾਨੀ ਆ, ਨਾਲੇ ਉੱਥੇ ਬਾਹਰ ਇੰਨੀ ਦੇਰ ਸਫਾਈ ਕਰਦੀ ਰਹਿਣੀ ਆ ਤਾਂ ਕਿ ਮੈਨੂੰ ਤੂੰ ਰੱਜ ਕੇ ਤੱਕ ਲਵੇਂ। ਕਹਿੰਦਾ ਮੈਂ ਬੜਾ ਖੁਸ਼ ਹੋਇਆ, ਉੱਥੋਂ ਸਾਡੀ ਗੱਲਬਾਤ ਸ਼ੁਰੂ ਹੋ ਗਈ। ਕਹਿੰਦਾ ਮੈਂ ਉਹਨੂੰ ਕਲਾਵੇ ਸ਼ਾਵੇ ਮਾਰੇ ਬੜੀ ਉਹਦੇ ਨਾਲ ਗੱਪ-ਸ਼ਪ ਸ਼ੁਰੂ ਹੋ ਗਈ। ਕਹਿੰਦਾ ਮੈਂ ਇੰਜ ਕਰਨਾ ਰਾਤੀ ਜਿਸ ਵੇਲੇ ਸਾਰੇ ਘਰ ਦੇ ਸੋ ਜਾਂਦੇ ਸੀ ਮੈਂ ਕੰਧ ਟੱਪ ਕੇ ਤੇ ਉਹਨਾਂ ਦੇ ਘਰ ਟੁਰ ਜਾ। ਕਹਿੰਦਾ ਰਾਤੀ ਪੂਰੀ ਮੈਂ ਉਹਦੇ ਕੋਲ ਜਾ ਕੇ ਸੁੱਤਾ ਰਹਿੰਦਾ ਸਾਂ। ਹੋਰ ਛੱਡ ਕੇ ਉਹਨੇ ਮੇਰੇ ਵਾਸਤੇ ਰੰਗ ਬਰੰਗੇ ਕੱਪੜੇ ਲੈ ਕੇ ਆਉਣੇ, ਰਾਜੂ ਦਾ ਜਣਾ ਪੈਸੇ ਟੋਰਦਾ ਸੀ, ਨਵੀਆਂ ਜੁੱਤੀਆਂ। ਘਰ ਦੇ ਮੈਨੂੰ ਕਹਿੰਦੇ ਸੀ ਕਿ ਤੂੰ ਕਿੱਥੋਂ ਲੈ ਆਉਣੇ ਇਤਨਾ ਕੱਪੜਾ ਜੁੱਤੀ, ਤੈਨੂੰ ਕੌਣ ਲੈ ਕੇ ਦਿੰਦਾ? ਕਹਿੰਦਾ ਮੈਂ ਉਹਨਾਂ ਨੂੰ ਕਦੇ ਨਹੀਂ ਸੀ ਦੱਸਿਆ ਕਿ ਮੈਂ ਕੀ ਕੰਮ ਕਰ ਰਿਹਾ। ਲੇਕਿਨ ਹੈਰ ਕਹਿੰਦਾ ਮੇਰੀ ਉਹਦੀ ਬੜੀ ਸੈਟਿੰਗ ਹੋ ਗਈ ਸੀ, ਲੇਕਿਨ ਮੇਰੀ ਅੱਗੋਂ ਮੰਗਣੀ ਵੀ ਹੋਈ ਸੀ। ਘਰਦਿਆਂ ਮੇਰੀ ਸ਼ਾਦੀ ਕਰਨੀ ਸੀ। ਜਿਸ ਵੇਲੇ ਮੇਰੀ ਸ਼ਾਦੀ ਕਰਨ ਲਈ ਸੀ ਉਹ ਮੈਨੂੰ ਕਹਿੰਦੀ ਹੈ ਕਿ ਤੂੰ ਸ਼ਾਦੀ ਨਾ ਕਰ, ਮੇਰੇ ਨਾਲ ਹੀ ਤੂੰ ਇੰਜ ਯਾਰੀ ਲਾ ਕੇ ਰੱਖ। ਕਹਿੰਦਾ ਮੈਂ ਕਿਹਾ ਨਹੀਂ ਮੈਂ ਸ਼ਾਦੀ ਤੇ ਕਰਨੀ ਹੈ, ਘਰ ਦੇ ਮੈਨੂੰ ਮਜਬੂਰ ਪੇ ਕਰਦੇ ਨੇ। ਕਹਿੰਦਾ ਜਿਸ ਵੇਲੇ ਮੈਂ ਸ਼ਾਦੀ ਕੀਤੀ ਹੈ ਮੈਂ ਬੀਵੀ ਆਪਣੀ ਨੂੰ ਘਰ ਲੈ ਕੇ ਆ, ਲੇਕਿਨ ਬੀਵੀ ਨਾਲ ਮੇਰਾ ਇਤਨਾ ਦਿਲ ਨਹੀਂ ਲੱਗਾ। ਜ਼ਾਹਿਰੀ ਗੱਲ ਹੈ ਉਹ ਮੇਰੇ ਬੜੀ ਖਿਦਮਤ ਕਰਦੀ ਸੀ, ਹੋਰ ਛੱਡ ਕੇ ਮੇਰੇ ਵਾਸਤੇ ਖਾਣੇ ਚੰਗੇ ਤੋਂ ਚੰਗੇ ਬਣਾਉਂਦੀ ਸੀ, ਕੋਈ ਨਾ ਕੋਈ ਮੇਰੇ ਵਾਸਤੇ ਗਿਫਟ ਲੈ ਆਉਂਦੀ ਸੀ। ਇੱਕ ਦੋ ਵਾਰੀ ਮੇਰੀ ਜ਼ਨਾਨੀ ਨੇ ਮੈਨੂੰ ਉੱਥੇ ਉਹਦੇ ਘਰ ਜਾਂਦਿਆਂ ਵੀ ਦੇਖਿਆ। ਉਹਨੇ ਅੰਮਾਰਾਂ ਨੂੰ ਸ਼ਿਕਾਇਤ ਲਾਈ ਹੈ ਕਿ ਮੈਂ ਇਹਨੂੰ ਤੱਕਿਆ ਉਹਦੇ ਘਰ ਜਾਂਦਿਆਂ, ਇਹ ਰਾਤੀ ਉਹਦੇ ਘਰ ਵੜੇ ਹੁੰਦਾ। ਕਹਿੰਦਾ ਘਰ ਸਾਡੇ ਚੰਗਾ ਭਲਾ ਰੋਲਾ ਪਿਆ। ਮੇਰੀ ਜ਼ਨਾਨੀ ਕਹਿੰਦੀ ਹੈ ਕਿ ਮੈਂ ਤਲਾਕ ਲੈ ਲਾਂਗੀ ਜਿਹੜਾ ਇਹਨੇ ਕੰਮ ਸ਼ੁਰੂ ਕੀਤਾ। ਘਰਦਿਆਂ ਮੈਨੂੰ ਮਨਾ ਕੀਤਾ ਲੇਕਿਨ ਮੈਂ ਮਨਾ ਨਹੀਂ ਸੀ ਹੁੰਦਾ। ਕਹਿੰਦਾ ਆਗੂ ਉਹਨੇ ਵੀ ਸਾਰੀਆਂ ਗੱਲਾਂ ਸਾਡੀਆਂ ਸੁਣ ਲਈਆਂ ਸੀ। ਜ਼ਾਹਿਰੀ ਗੱਲ ਹੈ ਸਾਡੇ ਗੁਆਂਢ ਹੀ ਮੈਨੂੰ ਕਹਿੰਦੀ ਹੈ ਕਿ ਤੂੰ ਇੰਜ ਕਰ ਆਪਣੀ ਜ਼ਨਾਨੀ ਨੂੰ ਤੂੰ ਤਲਾਕ ਦੇ ਦੇ। ਕਹਿੰਦਾ ਮੈਂ ਕਿਹਾ ਮੈਂ ਕਿਸ ਤਰ੍ਹਾਂ ਤਲਾਕ ਦੇ ਦਿਆਂ, ਮੈਂ ਉਹਦੇ ਨਾਲ ਸ਼ਾਦੀ ਕੀਤੀ ਹੈ, ਤੂੰ ਕਿਹੜਾ ਆਪਣੇ ਜਣੇ ਨੂੰ ਤੂੰ ਤਲਾਕ ਦਿੱਤੀ ਹੈ? ਕਹਿੰਦਾ ਜੇ ਤੂੰ ਆਖੇ ਤੇ ਮੈਂ ਆਪਣੇ ਜਣੇ ਨੂੰ ਤਲਾਕ ਦੇ ਦਿਆਂ। ਕਹਿੰਦਾ ਮੈਂ ਤੈਨੂੰ ਕਿਉਂ ਆਖਾਂ, ਤੂੰ ਆਪਣੇ ਘਰ ਹੀ ਰਹਿ ਆਪਣੇ ਜਣੇ ਨਾਲ। ਕਹਿੰਦੀ ਨਹੀਂ ਮਕਾਨ ਮੇਰਾ, ਮੇਰੇ ਕੋਲ ਚੰਗਾ ਭਲਾ ਪੈਸਾ ਵੀ ਹੈ, ਜੇ ਤੂੰ ਮੇਰੇ ਨਾਲ ਨਿਕਾਹ ਕਰ ਲਏਗਾ ਤੇ ਮੈਂ ਆਪਣੇ ਜਣੇ ਕੋਲੋਂ ਤਲਾਕ ਲੈ ਲੈ। ਕਹਿੰਦਾ ਮੈਂ ਵੀ ਆਖਿਆ ਠੀਕ ਹੈ ਤੂੰ ਲੈ ਲੈ ਤਲਾਕ ਤੇ ਮੈਂ ਤੇਰੇ ਨਾਲ ਨਿਕਾਹ ਕਰ ਲਾਂਗਾ। ਕਹਿੰਦਾ ਮੈਂ ਵੀ ਬੜਾ ਖੁਸ਼ ਹੋ ਗਿਆ, ਚਲੋ ਚੰਗੀ ਪੈਸੇ ਵਾਲੀ ਆ। ਸਾਡੇ ਘਰ ਦੇ ਹਾਲਾਤ ਬਹੁਤ ਨਾਰਮਲ ਜਿਹੇ ਸੀ। ਜ਼ਾਹਿਰੀ ਗੱਲ ਹੈ ਮੈਂ ਮਜ਼ਦੂਰਦਾਰ ਬੰਦਾ ਸਾਂ। ਕਹਿੰਦਾ ਜਿਸ ਵੇਲੇ ਉਹਨੇ ਆਪਣੇ ਜਣੇ ਕੋਲੋਂ ਤਲਾਕ ਲਈ ਫੇਰ ਹੀ ਮੈਂ ਉਹਦੇ ਘਰ ਹੀ ਵੜਿਆ ਰਹਿੰਦਾ ਸਾਂ। ਅੱਗੇ ਪਿੱਛੇ ਮਹੱਲੇ ਵਾਲਿਆਂ ਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਮੈਂ ਇਹਦੇ ਘਰ ਵੜਿਆ ਰਹਿਣਾ। ਜਿਸ ਵੇਲੇ ਉਹਨਾਂ ਜ਼ਿਆਦਾ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਤੇ ਉਹਨੇ ਆਖਿਆ ਕਿ ਤੂੰ ਮੇਰੇ ਨਾਲ ਨਿਕਾਹ ਕਰ ਲੈ। ਕਹਿੰਦਾ ਫਿਰ ਮੈਂ ਉਹਦੇ ਨਾਲ ਨਿਕਾਹ ਕਰ ਲਿਆ। ਜ਼ਨਾਨੀ ਮੇਰੇ ਨੂੰ ਸਾਫ਼-ਸਾਫ਼ ਪਤਾ ਲੱਗ ਗਿਆ ਸੀ ਕਿ ਹਰ ਵਕਤ ਮੈਂ ਉਹਦੇ ਘਰ ਵੜਿਆ ਰਹਿਣਾ। ਕਹਿੰਦਾ ਜਿਸ ਵੇਲੇ ਮਸਲਾ ਜ਼ਿਆਦਾ ਵੱਧ ਗਿਆ, ਸਾਡੇ ਘਰ ਬੰਦੇ ਇਕੱਠੇ ਹੋ ਗਏ ਕਿ ਮੈਂ ਉੱਥੇ ਵੜਿਆ ਰਹਿਣਾ। ਕਹਿੰਦਾ ਫਿਰ ਮੈਨੂੰ ਜਿਹੜਾ ਜ਼ਾਹਿਰ ਕਰਨਾ ਪਿਆ ਕਿ ਮੈਂ ਉਹਦੇ ਨਾਲ ਨਿਕਾਹ ਕਰ ਲਿਆ। ਜਿਸ ਵੇਲੇ ਨਿਕਾਹਨਾਮਾ ਸਾਹਮਣੇ ਰੱਖਿਆ ਤੇ ਜਿਹੜੀ ਮੇਰੀ ਪਹਿਲੀ ਜ਼ਨਾਨੀ ਹੈ ਉਹਨੇ ਰੋਣਾ ਪਿੱਟਣਾ ਸ਼ੁਰੂ ਕਰਤਾ ਕਿ ਮੇਰੇ ਨਾਲ ਇਹ ਜ਼ਿਆਦਤੀ ਹੋਈ ਹੈ, ਮੈਂ ਇਹਦੇ ਨਾਲ ਨਹੀਂ ਰਹਿਣਾ। ਕਹਿੰਦਾ ਅੱਗੋਂ ਨੇ ਗੁੱਸਾ ਮੇਰੇ ਨਾਲ ਕੀਤਾ ਤੇ ਮੈਂ ਕਿਹਾ ਠੀਕ ਹੈ ਮੈਂ ਤੈਨੂੰ ਤਲਾਕ ਦੇਣਾ ਤੇ ਤੂੰ ਇੱਥੋਂ ਨੱਸ ਜਾ। ਕਹਿੰਦਾ ਉਹਨੂੰ ਤਲਾਕ ਦਿੱਤੀ ਤੇ ਉਹ ਤੂੰ ਗਈ ਟੁਰ। ਕਹਿੰਦਾ ਅੱਗੋਂ ਇਹ ਨਾਲ ਵਾਲੇ ਘਰ ਰਹਿੰਦੀ ਸੀ, ਇਹ ਮੈਨੂੰ ਆਖਦੀ ਹੈ ਕਿ ਮੈਂ ਆਪਣਾ ਮਕਾਨ ਵੇਚ ਕੇ ਤੇ ਤੁਹਾਡੇ ਘਰ ਆ ਜਾਣੀ ਹੈ, ਜਿਹੜੇ ਪੈਸੇ ਆਨੇ ਉਹ ਤੂੰ ਲੈ ਲੈ। ਕਹਿੰਦਾ ਮੈਂ ਕਿਹਾ ਮੈਨੂੰ ਪੈਸੇ ਨਹੀਂ ਚਾਹੀਦੇ, ਤੂੰ ਇੰਜ ਕਰ ਆਪਣੇ ਅਕਾਊਂਟ 'ਚ ਜਮ੍ਹਾਂ ਕਰਾ ਲੈ। ਕਹਿੰਦਾ ਉਹਨੇ ਮਕਾਨ ਵੇਚ ਕੇ ਤੇ ਉਹ ਪੈਸੇ ਸਾਰੇ ਆਪਣੇ ਅਕਾਊਂਟ 'ਚ ਜਮ੍ਹਾਂ ਕਰਾ ਲਏ। ਮੈਂ ਉਹਦੇ ਕੋਲੋਂ ਲੈ ਕੋਨਾ। ਕਹਿੰਦਾ ਮੇਰੀ ਸਭ ਤੋਂ ਵੱਡੀ ਬੇਵਕੂਫੀ ਹੈ ਜਿਹੜੇ ਮੈਂ ਉਹਦੇ ਕੋਲੋਂ ਪੈਸੇ ਕੋਨਾ ਲਏ। ਕਹਿੰਦਾ ਜਿਸ ਵੇਲੇ ਉਹ ਸਾਡੇ ਘਰ ਆ ਗਈ ਤੇ ਅਕਸਰ ਜਿਹੜਾ ਇੱਕ ਦੋ ਦਿਹਾੜੇ ਬਾਅਦ ਕਿਧਰੇ ਨਾ ਕਿਧਰੇ ਗਈ ਰਹਿੰਦੀ ਸੀ, ਮੈਨੂੰ ਦੱਸਦੀ ਵੀ ਨਹੀਂ ਸੀ ਕਿ ਮੈਂ ਗਈ ਕਿੱਧਰ ਆ। ਕਹਿੰਦਾ ਮੈਂ ਤੇ ਦਿਹਾੜ ਲਾਣ ਟੁਰ ਜਾਂਦਾ ਸਾਂ, ਮੈਨੂੰ ਆਖਦੀ ਸੀ ਕਿ ਕਾਰੋਬਾਰ ਕਰ ਲੈ, ਲੇਕਿਨ ਮੈਂ ਕਾਰੋਬਾਰ ਇਹ ਕਰਨਾ ਨਹੀਂ ਸੀ ਚਾਹੁੰਦਾ। ਮੇਰਾ ਇਹ ਦਿਲ ਸੀ ਕਿ ਜਿੱਥੇ ਮੈਂ ਕੰਮ ਲੱਗਿਆ ਉਹ ਮੈਂ ਕਰਦਾ ਰਵਾਂ। ਕਹਿੰਦਾ ਘਰ ਜਿਹੜਾ ਮੇਰੀ ਅੰਮਾ ਨਾਲ
ਬਹੁਤ ਜ਼ਿਆਦਾ ਲੜਦੀ ਸੀ, ਲੇਕਿਨ ਮੈਨੂੰ ਪਤਾ ਵੀ ਲੱਗਦਾ ਸੀ ਕਿ ਮੇਰੀ ਅੰਮਾ ਨਾਲ ਲੜਾਈ ਕਰਦੀ ਹੈ, ਲੇਕਿਨ ਫਿਰ ਹੀ ਮੈਂ ਉਹਦਾ ਹੀ ਸਾਥ ਦਿੰਦਾ ਸਾਂ। ਮੈਂ ਅੰਮਾ ਦਾ ਕਦੇ ਵੀ ਸਾਥ ਨਹੀਂ ਸੀ ਦਿੱਤਾ। ਕਹਿੰਦਾ ਜਿਸ ਵੇਲੇ ਹਾਲਾਤ ਜ਼ਿਆਦਾ ਟੈਟ ਹੋ ਗਏ ਨੇ, ਮੈਂ ਉਹਨੂੰ ਆਖਿਆ ਕਿ ਚੱਲ ਸਹੀ ਹੈ, ਤੂੰ ਇੰਜ ਕਰ, ਮੈਨੂੰ ਦੇ ਪੈਸੇ ਤੇ ਮੈਂ ਕੋਈ ਕਾਰੋਬਾਰ ਕਰਨਾ। ਉਹ ਕਹਿੰਦੀ ਆ ਪੈਸੇ ਸਾਰੇ ਤੇ ਮੈਂ ਲਾ ਦਿੱਤੇ ਨੇ। ਕਹਿੰਦਾ ਮੈਂ ਕਿਹਾ ਤੂੰ ਪੈਸੇ ਕਿੱਥੇ ਲਾ ਦਿੱਤੇ ਨੇ? ਮੈਂ ਕਿਧਰੇ ਖਰਚ ਕਰਨਾ। ਕਿਹਾ ਇਤਨਾ ਪੈਸਾ ਸੀ, ਮਕਾਨ ਵੇਚ ਕੇ ਤੂੰ ਪੈਸੇ ਲਿਆਂਦੇ ਸੀ, ਉਹ ਪੈਸਾ ਗਿਆ ਕਿੱਧਰ ਹੈ? ਜੀ ਉਹ ਪੈਸਾ ਜਿਹੜਾ ਮੈਂ ਜਿੱਥੇ ਜਾਨੀ ਆ ਤੁਹਾਡੇ ਵਾਸਤੇ ਦੁਆ ਕਰਾਉਣ ਤੇ ਉਹਨਾਂ ਨੂੰ ਮੈਂ ਪੈਸੇ ਦਿੰਦੀ ਰਹੀ ਹਾਂ ਤੇ ਉਹਨਾਂ ਨੂੰ ਜ਼ਰੂਰਤ ਪਈ ਤੇ ਨਾਲ ਨਾਲ ਤੁਹਾਡੇ ਵਾਸਤੇ ਦੁਆ ਕਰਦੇ ਰਹੇ ਨੇ ਕਿ ਤੁਹਾਡੀ ਸਿਹਤ ਠੀਕ। ਮੈਂ ਕਿਹਾ ਬੇਵਕੂਫੇ, ਉਹਨਾਂ ਨੂੰ ਤੂੰ ਪੈਸੇ ਕਿਉਂ ਦੇ? ਚੱਲ ਮੇਰੇ ਨਾਲ ਉਹਦੇ ਕੋਲੋਂ ਪੈਸੇ ਵਾਪਸ ਲੈ ਕੇ ਆਵੀਏ। ਕਹਿੰਦਾ ਪਹਿਲਾਂ ਤੇ ਮੇਰੇ ਨਾਲ ਨਹੀਂ ਸੀ ਜਾਂਦੀ, ਜਿਸ ਵੇਲੇ ਉੱਥੇ ਗਿਆ ਅਗਲਿਆਂ ਨੇ ਪੈਰਾਂ ਤੇ ਪਾਣੀ ਨਹੀਂ ਪੈਂਦਾ। ਉਹਨੇ ਆਖਿਆ ਗੱਲ ਸੁਣ, ਤੇਰੇ ਵਾਸਤੇ ਦੁਆ ਕਰਦੇ ਰਹੇ, ਤੈਨੂੰ ਪਹਿਲਾਂ ਦੱਸਿਆ ਕਿ ਸਾਡੀ ਫੀਸ ਇਤਨੀ ਹੈ। ਕਹਿੰਦਾ ਉਹਨੇ ਪੈਸੇ ਕੋਨਾ ਵਾਪਸ ਦਿੱਤੇ, ਬਿਲਕੁਲ ਕੰਗਾਲ ਹੋ ਗਏ। ਕਹਿੰਦਾ ਅਗੂ ਘਰ ਅੰਮਾ ਨਾਲ ਲੜਾਈ ਕਰਦੀ ਸੀ, ਥੋੜੇ ਅਰਸੇ ਬਾਅਦ ਅੰਮਾ ਦੀ ਵੀ ਫੌਤ ਹੋ ਗਏ ਤੇ ਅਗੂ ਕਹਿੰਦਾ ਇਹ ਜਿਹੜੀ ਹੈ ਬਿਮਾਰ ਹੋਣਾ ਸ਼ੁਰੂ ਹੋ ਗਈ। ਜ਼ਾਹਿਰੀ ਗੱਲ ਹੈ ਜਿਹੜੇ ਨੇ ਕੰਮ ਕੀਤੇ ਸੀ, ਆਪਣੇ ਜਣੇ ਕੋਲੋਂ ਤਲਾਕ ਲਈ ਸੀ, ਉਤੋਂ ਮੇਰੀ ਅੰਮਾ ਨੂੰ ਤੰਗ ਕਰਦੀ ਸੀ, ਉਤੋਂ ਮੇਰੀ ਪਹਿਲੀ ਬੀਵੀ ਨੂੰ ਇਹਨੇ ਤਲਾਕ ਦਵਾਈ ਸੀ। ਜ਼ਾਹਿਰੀ ਗੱਲ ਹੈ ਉਹਨਾਂ ਦੀਆਂ ਬਦਵਾਵਾਂ ਤੇ ਉਹਨੂੰ ਲੱਗਣੀਆਂ ਹੀ ਸੀ। ਕਹਿੰਦਾ ਉਹਦਾ ਜਿਹੜਾ ਢਿੱਡ ਜਿਹੜਾ ਫੁੱਲਿਆ ਰਹਿੰਦਾ ਸੀ ਹਰ ਵਕਤ, ਢਿੱਡ ਠੀਕ ਨਹੀਂ ਸੀ ਹੁੰਦਾ। ਕਹਿੰਦਾ ਜੋ ਮੇਰੇ ਕੋਲ ਵੀ ਕੋਈ ਪੈਸੇ ਸ਼ੈਸੇ ਹੈ ਸੀ, ਆਪਣਾ ਮਕਾਨ ਵੀ ਵੇਚਿਆ ਇਹਦੇ ਚੱਕਰਾਂ 'ਚ, ਤੇ ਕਹਿੰਦਾ ਇਹਦਾ ਇਲਾਜ ਕਰਾਉਣਾ ਸ਼ੁਰੂ ਕੀਤਾ, ਲੇਕਿਨ ਇਹਦਾ ਇਲਾਜ ਨਾ ਹੋਇਆ। ਕਹਿੰਦਾ ਬੜੇ ਡਾਕਟਰਾਂ ਨੂੰ ਚੈੱਕ ਕਰਾਇਆ, ਲੇਕਿਨ ਉਹਨਾਂ ਨੇ ਆਖਿਆ ਜੀ ਇਹ ਇਲਾਜ ਹੈ, ਇਹਦਾ ਇਲਾਜ ਨਹੀਂ ਹੋ ਸਕਦਾ। ਕਹਿੰਦਾ ਹਰ ਵਕਤ ਦਾ ਢਿੱਡ ਜਿਹੜਾ ਉਹ ਫੁੱਲਿਆ ਰਹਿੰਦਾ ਸੀ। ਕਹਿੰਦਾ ਹੁਣ ਕਿਰਾਏ ਦੇ ਮਕਾਨ 'ਚ ਰਹਿਣਾ ਪਿਆ ਤੇ ਘਰ ਦਾ ਖਾਣ ਪੀਣ ਤੋਂ ਵੀ ਤੰਗ ਆ, ਤੇ ਇਸ ਵਜ੍ਹਾ ਤੋਂ ਕਿ ਕਿਉਂ ਇਹ ਔਰਤ ਜਿਹੜੀ ਹੈ ਪਹਿਲਾਂ ਬੜੀ ਜਨੂਨੀ ਸੀ ਤੇ ਬੜੀ ਸੋਹਣੀ ਮੈਨੂੰ ਲੱਗਦੀ ਸੀ, ਬੜਾ ਹੀ ਇਹਦੇ ਤੇ ਹੁਸਨ ਆਇਆ, ਲੇਕਿਨ ਮੈਨੂੰ ਨਹੀਂ ਸੀ ਪਤਾ ਕਿ ਇਹਦਾ ਹੁਸਨ ਜਿਹੜਾ ਮੈਨੂੰ ਵੀ ਲੈ ਡੁੱਬੇਗਾ ਤੇ ਇਹਦੀਆਂ ਹਰਕਤਾਂ ਜਿਹੜੀਆਂ ਨੇ ਸਾਡਾ ਘਰ ਬਰਬਾਦ ਕਰ। ਕਹਿੰਦਾ ਪਹਿਲੀ ਬੀਵੀ ਮੇਰੀ ਬੜੀ ਚੰਗੀ ਸੀ, ਬੜੀ ਸੁਲਝੀ ਸੀ, ਲੇਕਿਨ ਇਹਦੇ ਜਨੂਨ 'ਚ ਆ ਕੇ ਮੈਂ ਜਿਹਦਾ ਹੁਸਨ ਦੇਖ ਕੇ ਤੇ ਮੈਂ ਪਾਗਲ ਹੋ ਗਿਆ ਸਾਂ, ਤਾਂ ਸਾਰਾ ਕੁਝ ਇਹਦੇ ਤੇ ਲੁਟਾ ਦਿੱਤਾ ਸੀ। ਲੇਕਿਨ ਕਹਿੰਦਾ ਹੁਣ ਫਿਲਹਾਲ ਮੇਰੇ ਕੋਲ ਕੋਈ ਪੈਸਾ ਨਹੀਂ ਹੈ। ਅੱਗੋਂ ਉਹਨੇ ਮੈਸੇਜ ਕੀਤਾ, ਕਹਿੰਦਾ ਨਾਲ ਮੇਰੀ ਮਦਦ ਕਰੋ ਤੇ ਨਾਲ ਮੇਰੀ ਇਹ ਸਟੋਰੀ ਜਿਹੜੀ ਆ ਤੁਸੀਂ ਲੋਕਾਂ ਤੱਕ ਸੁਣਾਓ। ਮੈਂ ਕਿਹਾ ਲੋਕਾਂ ਤੱਕ ਤੇ ਸੁਣਾ ਦਿਆਂਗੇ, ਲੇਕਿਨ ਮਸਲਾ ਇਹ ਹੈ ਕਿ ਤੂੰ ਜਿਹੜੀ ਆਪਣੀ ਆਸ਼ਿਕ ਮਸ਼ੂਕੀ ਕੀਤੀ ਹੈ ਉਹਦੇ ਅਸੀਂ ਕਸੂਰਵਾਰ ਤੇ ਨਹੀਂ ਹੈ। ਜ਼ਾਹਿਰੀ ਗੱਲ ਹੈ ਤੇਰੀਆਂ ਆਪਣੀਆਂ ਨਾਦਾਨੀਆਂ ਤੇ ਬੇਵਕੂਫੀਆਂ ਦੀ ਵਜ੍ਹਾ ਨਾਲ ਤੈਨੂੰ ਇਹ ਕੁਝ ਮਿਲਿਆ। ਕਹਿੰਦਾ ਨਹੀਂ ਲੇਕਿਨ ਭਾਈ ਮੇਰੀ ਮਦਦ ਕਰੋ। ਮੈਂ ਕਿਹਾ ਮਦਦ ਸ਼ਦਦ ਸਾਡੇ ਕੋਲ ਕੋਈ ਨਹੀਂ ਹੈ। ਜ਼ਾਹਿਰੀ ਗੱਲ ਹੈ ਤੂੰ ਆਸ਼ਿਕ ਮਸ਼ੂਕੀ ਕੀਤੀ ਹੈ, ਆਪਣੀ ਬੀਵੀ ਨੂੰ ਤਲਾਕ ਦਿੱਤੀ ਹੈ, ਤੂੰ ਆਪਣੀ ਮਾਂ ਨੂੰ ਜਿਹੜਾ ਇਹਦੇ ਕੋਲੋਂ ਬੇਇੱਜ਼ਤੀ ਕਰਵਾਉਂਦਾ ਰਹੇ, ਇਹ ਤੂੰ ਹੱਕਦਾਰ ਨਹੀਂ ਹੈ ਕਿਸੇ ਮਦਦ ਦਾ ਵੀ। ਬਾਕੀ ਇਹ ਕਿ ਤੇਰੀ ਸਟੋਰੀ ਅਸੀਂ ਸ਼ੇਅਰ ਕਰ ਦਿਆਂਗੇ, ਅਗਰ ਕਿਸੇ ਦਾ ਦਿਲ ਕੀਤਾ ਤੇ ਜ਼ਰੂਰ ਤੇਰੇ ਤੱਕ ਰਾਬਤਾ ਕੀਤਾ ਜਾਏਗਾ, ਲੇਕਿਨ ਮੈਂ ਜਿਹੜਾ ਤੇਰੇ ਨਾਲ ਬਜ਼ਾਤੇ ਖੁਦ ਆਪੂ ਰਾਬਤਾ ਨਹੀਂ ਕਰਾਂਗਾ। ਜੇ ਕਿਸੇ ਬੰਦੇ ਨੇ ਤੇਰਾ ਨੰਬਰ ਮੰਗਿਆ ਤੇ ਮੈਂ ਉਹਨੂੰ ਜ਼ਰੂਰ ਦੇ ਦਿਆਂਗਾ, ਅਗਰ ਨਾ ਕਿਸੇ ਮੰਗਿਆ ਤੇ ਉਹ ਤੇਰੀ ਕਿਸਮਤ ਹੈ। ਬਾਕੀ ਇਸ ਤਰ੍ਹਾਂ ਦੀਆਂ ਸਟੋਰੀਆਂ ਹੋ ਜਾਂਦੀਆਂ ਨੇ, ਬੰਦਿਆਂ ਨਾਲ ਬਹੁਤ ਜ਼ਿਆਦਾ ਵਾਕਿਆਤ ਹੁੰਦੇ ਨੇ, ਕਿਸੇ ਦੇ ਚੱਕਰਾਂ 'ਚ ਨਹੀਂ ਆਉਣਾ ਚਾਹੀਦਾ। ਅਗਰ ਤੁਹਾਡੀ ਸ਼ਾਦੀ ਹੋ ਗਈ ਹੈ ਤਾਂ ਕੋਸ਼ਿਸ਼ ਕਰੋ ਕੰਟਰੋਲ 'ਚ ਰਹੋ, ਜ਼ਿਆਦਾ ਓਵਰਲੋਡ ਨਾ ਹੋਇਆ ਕਰੋ। ਬਾਕੀ ਅਗਰ ਇਹ ਕਿ ਮੇਰੀ ਵੀਡੀਓ ਤੁਹਾਨੂੰ ਅੱਛੀ ਲੱਗੇ ਤੇ ਪਲੀਜ਼ ਯਾਰ ਲਾਈਕ ਕਰਿਆ ਕਰੋ, ਕਮੈਂਟਸ ਕਰਿਆ ਕਰੋ, ਸਬਸਕ੍ਰਾਈਬ ਕਰ ਦਿਓ ਤੇ ਦਿਲ ਖੁਸ਼ ਹੁੰਦਾ। ਬਾਕੀ ਦੁਆਵਾਂ 'ਚ ਯਾਦ ਰੱਖਿਆ ਕਰੋ, ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ। ਸਿਹਤ ਹੈ ਤੇ ਸਭ ਕੁਝ ਹੈ। ਅੱਲਾ ਹਾਫਿਜ਼।